ਧੰਨ ਵਾਹਿਗੁਰੂ ਸਾਹਿਬ ਜੀਓ। ਦੁਇ ਕਰ ਛੋੜ ਮੰਗੂ ਇਕ ਦਾਨਾ, ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਆਰਾਧੈ। ਆਠ ਪਹਿਰ ਗੁਣ ਗਾਵਾਂ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਗਊ ਮੁਖ ਬਾਗ ਜੈਸੇ ਬਸੇ ਮ੍ਰਿਗ ਮਾਲ ਬਿਖੈ। ਕੰਗਣਾ ਪਹਿਰ ਜੋਂ ਬਿਲਿਆ ਖਗ ਮੋਹਈ। ਗਊ ਮੁਖ ਬਾਗ ਜੈਸੇ ਬਸੇ ਮ੍ਰਿਗ ਮਾਲ ਬਿਖੈ। ਕੰਗਣਾ ਪਹਿਰ ਜੋਂ ਬਿਲਿਆ ਖਗ ਮੋਹਈ। ਜੈਸੇ ਬਾਗ ਧਰ ਧਿਆਨ ਕਰਤ ਆਹਾਰ ਮੀਨ। ਗਨਕਾ ਸ਼ਿੰਗਾਰ ਸਾਜ ਬੇਬਚਾਰ ਜੋ ਹੋਈ। ਪੰਚ ਬਟਵਾਰੋ ਭੇਖ ਧਾਰੀ ਜੂੰ ਸੰਘਾਤੀ ਹੋਏ। ਅੰਤ ਫਾਸੀ ਡਾਰ ਮਾਰੈ ਦਰੋਹ ਕਰ ਦਰੋਹੇ। ਕਪਟ ਸਨੇਹ ਕੈ ਮਿਲਤ ਸਾਧ ਸੰਗਤ ਮੈਂ। ਚੰਦਨ ਸੁਗੰਧ ਬਾਂਸ ਗਠੀਲੋ ਨਾ ਬੋਹਈ। ਕਪਟ ਸਨੇਹ ਕੈ ਮਿਲਤ ਸਾਧ ਸੰਗ ਮੈਂ। ਚੰਦਨ ਸੁਗੰਧ ਬਾਂਸ ਗਠੀਲੋ ਨਾ ਬੋਹਈ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤ ਸੰਗੀ ਪਿਆਰ ਵਾਲੇ ਵਡਭਾਗੇ ਹੋ। ਗੁਰੂ ਕੀ ਗੋਦ ਵਿੱਚ ਬੈਠ ਕੇ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੇ ਕਵਿੱਤ ਸਵਈਆਂ ਦੀ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਕਵਿੱਤ ਸਵਈਆਂ ਦੀ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਜਿਸ ਸਵਈਏ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਭਾਈ ਗੁਰਦਾਸ ਜੀ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਮਨੁੱਖ ਦੇ ਕਪਾਟ ਖੋਲਦੇ ਨੇ ਕਿ ਮਨੁੱਖ ਆਪਣੇ ਜੀਵਨ ਵਿੱਚ ਜੇ ਕਿਤੇ ਕਪਟ ਸਨੇਹੀ ਬਣ ਜਾਏ ਨਾ, ਫਿਰ ਕਿੱਦਾਂ ਦਾ ਬਣ ਜਾਂਦਾ। ਇੱਕ ਸਨੇਹ ਹੈ ਜਿਹੜਾ ਦਿਲ ਤੋਂ ਹੋਏ, ਇੱਕ ਸਨੇਹ ਉਹ ਜਿਹੜਾ ਸਿਰਫ ਤੇ ਵਿਖਾਵੇ ਵਾਲਾ, ਜਿਹਨੂੰ ਕਪਟ ਵਾਲਾ ਕਹਿੰਦੇ ਆ। ਤੇ ਕਪਟ ਵਾਲਾ ਜਿਹੜਾ ਸਨੇਹ ਹੁੰਦਾ ਉਹ ਕਿੰਨਾ ਖਤਰਨਾਕ ਹੁੰਦਾ ਹੈ, ਉਹ ਕਿੰਨਾ ਘਾਤ ਕਰ ਸਕਦਾ ਹੈ। ਆਓ ਇਸ ਸਵਈਏ ਅੰਦਰ ਜੋ ਭਾਈ ਗੁਰਦਾਸ ਨੇ ਸਮਝਾਇਆ ਹੈ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜੀਵਨ ਨੂੰ ਪਾ ਕੇ ਗੁਰੂ ਨੇ ਬਾਰ-ਬਾਰ ਦੱਸਿਆ ਕਿ ਇਹਨੂੰ ਪਰਮਾਤਮਾ ਨਾਲ ਪ੍ਰੀਤ ਨਾਲ ਜੋੜ।
ਤੇ ਗੁਰੂ ਨੇ ਬਾਰ-ਬਾਰ ਆਖਿਆ ਇਹਨੂੰ ਪ੍ਰਮਾਤਮਾ ਦੇ ਚਰਨਾਂ 'ਚ ਇਹਦੀ ਇਸ ਸਰੀਰ ਦੀ ਇਸ ਜੀਵਨ ਦੀ ਸਾਂਝ ਬਣਾ, ਤਾਂ ਕਿ ਤੇਰਾ ਜੀਵਨ ਇੱਕ ਸਹੀ ਤਰੀਕੇ ਨਾਲ ਇੱਕ ਮਰਿਆਦਾ ਚੱਲਣਾ ਸਿੱਖ ਜਾਏ। ਤੂੰ ਪਿਆਰ ਬਣਾ, ਆਪਣੇ ਗੁਰੂ ਨਾਲ ਬਣਾ। ਤੇ ਕਿਹੋ ਜਿਹਾ? ਸਭ ਕਹਿੰਦੇ ਵਿਖਾਵੇ ਵਾਲਾ ਨਾ ਹੋਵੇ। ਦੂਜੀ ਗੱਲ, ਗੱਲੀ ਬਾਤੀ ਵਾਲਾ ਨਾ ਹੋਵੇ। ਤੀਜੀ ਗੱਲ, ਕੱਲਾ ਬਾਹਰ ਦੇ ਵਿਖਾਵੇ ਨਾਲ ਨਾ ਜੁੜਿਆ ਹੋਵੇ। ਤੇ ਸਤਿਗੁਰੂ ਫਿਰ ਕਿਹੋ ਜਿਹੀ ਤੁਸੀਂ ਪਿਆਰ ਦੀ ਗੱਲ ਕਰਦੇ ਹੋ? ਕਹਿੰਦੇ ਜਿਹੋ ਜੀ ਮੈਂ ਗੱਲ ਕਰਦਾ ਉਹੋ ਜੀ ਸਮਝ ਲੈ ਤੂੰ ਵੀ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਮੈਂ ਜਦੋਂ ਵੀ ਗੱਲ ਗੁਰੂ ਸਾਹਿਬ ਕਹਿੰਦੇ ਕੀਤੀ, ਮੈਂ ਸੱਚੀ ਪ੍ਰੀਤ ਦੀ ਕੀਤੀ ਹੈ। ਤੇ ਜਦੋਂ ਦੁਨੀਆ ਦੇ ਪ੍ਰੀਤ ਵੱਲ ਝਾਤ ਮਾਰੀ ਤੇ ਮੈਂ ਤੈਨੂੰ ਬਾਰ-ਬਾਰ ਆਖਿਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਦੋਂ ਸੰਸਾਰ ਦੇ ਪ੍ਰੀਤ ਦੀ ਗੱਲ ਕੀਤੀ ਹੈ ਤੇ ਨਾਲ ਕਿਹਾ ਵੀ ਇਹ ਬਿਨਸਣਾਰ ਹੈ, ਇਹ ਝੂਠੀ ਹੈ, ਇਹ ਧੋਖੇ ਦੇਣ ਵਾਲੀ ਹੋ ਸਕਦੀ ਹੈ ਸੰਸਾਰ ਦੀ ਪ੍ਰੀਤ। ਪਰ ਤਾਂ ਹੀ ਤੇ ਗੁਰੂ ਨੇ ਆਖਿਆ ਨਾ, ਦੁਨੀਆ ਨਾ ਸਾਲਾ ਜੋ ਮਰ ਵੰਜਸੀ, ਲੋਗਾ ਨਾ ਸਾਲਾ ਜੋ ਮਰ ਖਾਕਤੀ। ਦੁਨੀਆ ਦੀ ਸਿਫਤ ਸਲਾਹ ਕਰਨ ਨਾਲੋਂ ਚੰਗਾ ਹੈ ਗੁਰੂ ਦੀ ਸਿਫਤ ਸਲਾਹ ਕਰ। ਦੁਨੀਆ ਦੀ ਝੂਠੀਆਂ ਖੁਸ਼ਾਮਦਾਂ ਨਾ ਕਰ, ਆਪਣੇ ਗੁਰੂ ਦੀ ਖੁਸ਼ਾਮਦ ਸੱਚੀ ਕਰਕੇ ਦੇਖ। ਦਿਲ ਤੋਂ ਕਰ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜਿਨ ਮਨ ਹੋਰ ਮੁਖ ਹੋਰ, ਜਿਹੜੇ ਜ਼ੁਬਾਨ ਤੋਂ ਕੁਝ ਹੋਰ ਤੇ ਅੰਦਰੋਂ ਹੀ ਕੁਝ ਹੋਰ ਹੁੰਦੇ ਹੋਣ। ਇਹਨੂੰ ਇਹ ਅਸਲ ਚ ਉਹ ਨੇ ਜਿਨ੍ਹਾਂ ਨੂੰ ਆਮ ਹੀ ਸਾਡੇ ਭਾਸ਼ਾ 'ਚ, ਪੰਜਾਬੀ ਭਾਸ਼ਾ 'ਚ ਅਖਾਣ ਵਰਤਿਆ ਜਾਂਦਾ ਹੈ, ਜਾਂ ਇੱਕ ਅਕਸਰ ਸ਼ਬਦ ਵਰਤੇ ਜਾਂਦੇ ਨੇ ਕਿ ਮੂੰਹ ਦਾ ਮਿੱਠਾ ਢਿੱਡ ਦਾ ਕੋੜਾ। ਤੇ ਦੂਜੀ ਗੱਲ, ਇੱਕ ਸ਼ਬਦ ਵਰਤੇ ਹੁੰਦੇ ਨੇ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਤੇ ਗੁਰੂ ਨੇ ਆਖਿਆ ਨਹੀਂ, ਮੈਂ ਤੈਨੂੰ ਇਹੋ ਜਿਹਾ ਨਹੀਂ ਬਣਾ ਕੇ ਚੱਲਿਆ, ਮੈਂ ਤੈਨੂੰ ਸੱਚਾ ਇੱਕ ਇਮਾਨਦਾਰ ਇਨਸਾਨ ਬਣਾਉਣਾ ਸੀ, ਜਿਹਦਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਉਹ ਦੁਨੀਆ 'ਚ ਕੱਚੇ ਗਿਣੇ ਜਾਂਦੇ ਨੇ। ਜਿਹੜੇ ਦੁਨੀਆ 'ਚ ਕੱਚੇ ਗਿਣੇ ਗਏ ਉਹ ਗੁਰੂ ਦੀ ਨਿਗਾਹ 'ਚ ਕਦੇ ਪੱਕੇ ਨਹੀਂ ਹੋਇਆ ਕਰਦੇ। ਪਰ ਹਾਂ, ਜਿਹੜੇ ਗੁਰੂ ਦੀ ਨਿਗਾਹ 'ਚ ਪੱਕੇ ਹੋ ਗਏ, ਸੰਸਾਰ ਭਾਵੇਂ ਉਹਨੂੰ 100 ਵਾਰ ਕੱਚਿਆਂ ਕਹਿ ਜਾਏ, ਪਰ ਉਹ ਹੁੰਦੇ ਪੱਕੇ ਨੇ। ਤੇ ਗੁਰੂ ਨੇ ਆਖਿਆ, ਜਿਹੜੇ ਗੁਰੂ ਦੇ ਦਰ ਤੇ ਜਾ ਕੇ ਪੱਕੇ ਹੋ ਗਏ, ਉਹਨਾਂ ਸਾਹਮਣੇ ਮੁਸੀਬਤ ਚਾਹੇ ਕਿੱਡੀ ਵੀ ਆ ਜਾਏ, ਉਹਨਾਂ ਨੂੰ ਹਾਲਾਤਾਂ ਨਾਲ, ਉਹਨਾਂ ਨੂੰ ਸਮੇਂ ਨਾਲ, ਉਹਨਾਂ ਨੂੰ ਸਰਕਾਰਾਂ ਨਾਲ ਲੜਨਾ ਵੀ ਪੈ ਜਾਂਦਾ ਹੈ। ਪਰ ਸੱਚ ਸੀ, ਉਹ ਆਪਣੇ ਰਾਹੇ ਤੋਂ, ਆਪਣੇ ਸਿਧਾਂਤ ਤੋਂ, ਆਪਣੀ ਵਿਚਾਰਧਾਰਾ ਤੋਂ ਨਹੀਂ ਸਨ ਪਾਸੇ ਹੁੰਦੇ। ਕਿਉਂਕਿ ਇਹਨਾਂ ਨੇ ਸਿੱਖਿਆ ਇਹ ਸੀ, ਰੱਤੇ ਸਈ ਜੇ ਮੁਖ ਨਾ ਮੋੜਨ। ਜਿੰਨੀ ਸੰਝਾਤਾ ਸਾਈਂ, ਜਿਨ੍ਹਾਂ ਨੇ ਆਪਣੇ ਸੰਝਾਤਾ ਦਾ ਅਰਥ ਪਛਾਣਿਆ, ਜਿਨ੍ਹਾਂ ਆਪਣੇ ਸਾਈਂ ਨੂੰ ਪਛਾਣ ਲਿਆ, ਜਾਣ ਲਿਆ, ਸਮਝ ਲਿਆ, ਉਹ ਰੱਤੇ ਸਈ ਜੇ ਮੁਖ ਨਾ ਮੋੜਨ। ਜਿਨੀ ਸੰਝਾਤਾ ਸਾਈਂ ਨਾਲ ਕਾ ਝੜ ਝੜ ਪਵੰਦੇ, ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਉਹ ਰੁੱਖਾਂ ਤੋਂ ਉਹੀਓ ਪੱਤੇ ਝੜ ਗਏ ਨੇ, ਉਹੀਓ ਫਲ ਝੜਦੇ ਨੇ ਜਿਹੜੇ ਹਨੇਰੀ ਦਾ ਮੁਕਾਬਲਾ ਨਹੀਂ ਕਰ ਸਕਦੇ, ਜਿਹੜੇ ਤੂਫਾਨਾਂ ਨਾਲ, ਜਿਹੜੇ ਗੜਿਆਂ ਦਾ, ਜਿਹੜੇ ਪੰਛੀਆਂ ਦਾ ਮੁਕਾਬਲਾ ਨਾ ਕਰ ਸਕੇ, ਉਹ ਖਰਾਬ ਹੋ ਗਏ, ਟੁੱਟ ਗਏ। ਪਰ ਕਹਿੰਦੇ ਨੇ ਜਿਨ੍ਹਾਂ ਨੇ ਤੂਫਾਨਾਂ ਤੋਂ ਵੀ ਬਚ ਗਏ, ਹਨੇਰੀਆਂ ਤੋਂ ਵੀ ਬਚ ਗਏ, ਪੰਛੀਆਂ ਤੋਂ ਵੀ ਬਚ ਗਏ, ਉਹ ਹੋ ਗਏ ਰੱਤੇ ਸਈ, ਉਹ ਰੱਤੇ ਬਣ ਗਏ। ਤੇ ਗੁਰੂ ਨੇ ਆਖਿਆ ਉਹ ਮੁੱਖ ਵੀ ਨਹੀਂ ਫਿਰ ਮੋੜਦੇ। ਇਹਨਾਂ ਨੂੰ ਆਖਿਆ, ਜਾ ਕੋ ਹਰ ਰੰਗ ਲਾਗੋ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ ਸਿਧਾਂਤ ਦੱਸਿਆ। ਇਹੋ ਗੱਲ ਭਾਈ ਗੁਰਦਾਸ ਕਹਿੰਦੇ ਗੁਰੂ ਨਾਲ ਬਣਾ ਸਨੇਹ, ਪਿਆਰ ਦਿਲ ਤੋਂ ਬਣਾ। ਤੇ ਜੇ ਕਿਤੇ ਦਿਲ ਤੋਂ ਨਾ ਬਣੇ ਤੇ ਬਣ ਜਾਏ ਭੁਲੇਖੇ ਵਾਲਾ, ਤੇ ਜੇ ਬਣ ਜਾਏ ਕਪਟ ਵਾਲਾ ਸਨੇਹ, ਤੇ ਭਾਈ ਗੁਰਦਾਸ ਕਹਿੰਦੇ ਬਹੁਤ ਖਤਰਨਾਕ ਹੋ ਸਕਦਾ ਹੈ। ਫਿਰ ਤੋਂ ਦੁਨੀਆ ਵਾਸਤੇ, ਸਮਾਜ ਵਾਸਤੇ ਬੜਾ ਖਤਰਨਾਕ ਬਣ ਸਕਦਾ ਹੈ। ਕਪਟ ਸਨੇਹ, ਆਪਣੇ ਆਪ ਨਾਲ ਬੰਦਾ ਵੀ ਧੋਖਾ ਕਰੇਗਾ, ਸਮਾਜ ਨਾਲ ਵੀ ਕਰੇਗਾ। ਭਾਈ ਗੁਰਦਾਸ ਕਹਿੰਦੇ ਕਪਟ ਸਨੇਹ ਹੈ, ਮਿਲਤ ਸਾਧ ਸੰਗ ਮੈਂ। ਕਪਟ ਸਨੇਹ, ਝੂਠਾ ਪਿਆਰ, ਤੇ ਕਪਟ ਵਾਲਾ ਵਲਛਲ ਵਾਲਾ ਪਿਆਰ ਹੋਵੇ। ਕਪਟ ਸਨੇਹ ਮਿਲਤ ਸਾਧ ਸੰਗ ਮੈਂ। ਤੇ ਕੀ ਉਹ ਰੱਬ, ਕੀ ਉਹ ਵਾਕਈ ਜਿਹੜਾ ਕਪਟ ਸਨੇਹ ਲੈ ਕੇ ਗੁਰੂ ਕੋਲ ਆਇਆ ਹੈ, ਜਿਹੜਾ ਗੁਰੂ ਕੋਲ ਵਲਛਲ ਕਰਨ ਆਇਆ ਹੈ, ਜਿਹੜਾ ਗੁਰੂ ਨਾਲ ਵੀ ਕਪਟ ਕਰਨ ਆਇਆ ਹੈ, ਤੇ ਗੁਰੂ ਸਾਹਿਬ ਨੂੰ ਪੁੱਛੋ, ਭਾਈ ਗੁਰਦਾਸ ਨੂੰ ਪੁੱਛੋ, ਭਾਈ ਗੁਰਦਾਸ ਜੀ ਕੀ ਉਹ ਸਿੱਖੀ ਧਾਰਨ ਕਰ ਲੇਗਾ, ਕਿ ਉਹ ਸਿੱਖਿਆ ਲੈ ਜਾਏਗਾ? ਕਹਿੰਦੇ ਨਹੀਂ ਨਹੀਂ, ਚੰਦਨ ਸੁਗੰਧ ਬਾਂਸ ਗਠੀਲੋ ਨਾ ਬੋਹਈ। ਭਾਵੇਂ ਚੰਦਨ ਦੇ ਲਾਗੇ ਬਾਂਸ ਲੱਗਿਆ ਰਹੇ, ਸਾਰੀ ਜ਼ਿੰਦਗੀ ਲੱਗਾ ਰਹੇ, ਬਾਂਸ ਕਦੇ ਸੁਗੰਧੀ ਵਾਲਾ ਨਹੀਂ ਹੋ ਸਕਦਾ। ਇਹਦਾ ਇਸ਼ਾਰਾ ਦਿੱਤਾ ਭਾਈ ਗੁਰਦਾਸ ਜੀ ਉਹਨਾਂ ਨੇ
ਵੀ ਕਪਟ ਸਨੇਹੀ ਬੰਦਾ ਭਾਵੇਂ ਗੁਰੂ ਦੇ ਲਾਗੇ ਜਿੰਨਾ ਚਿਰ ਮਰਜ਼ੀ ਬੈਠਾ ਰਹੇ, ਕਦੇ ਗੁਰੂ ਦਾ ਪਿਆਰ ਨਹੀਂ ਮੰਨ ਸਕਦਾ। ਸ਼ਬਦ ਪੜੋ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ, ਕਬੀਰ ਦਾ ਸ਼ਲੋਕ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਬਾਂਸ ਵਡਾਈ ਬੂਢਿਆ, ਇਹ ਮਤ ਬੂਢੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਕੋਲ ਲੱਗਿਆ ਹੋਇਆ ਬਾਂਸ ਕਦੇ ਸੁਗੰਧੀ ਵਾਲਾ ਨਹੀਂ ਹੁੰਦਾ, ਸਗੋਂ ਇਦਾਂ ਹੁੰਦਾ ਹੈ, ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਉੱਚ ਪਏ ਹੈ ਗੰਧ ਸੁਗੰਧ ਨਿਵਾਸਾ। ਕਹਿੰਦੇ ਸਤਿਗੁਰੂ ਸਾਹਿਬ, ਤੂੰ ਚੰਦਨ ਹੈ, ਚੰਦਨ ਦੇ ਲਾਗੇ ਇਰੰਡ ਦਾ ਪੌਦਾ ਹੋਵੇ, ਹੋਰ ਕਈ ਤਰ੍ਹਾਂ ਦੇ ਪੌਦੇ ਹੋਣ, ਸਾਰੇ ਸੁਗੰਧੀ ਲੈ ਲੈਂਦੇ ਪਰ ਬਾਂਸ ਨਹੀਂ ਲੈ ਸਕਦੇ। ਇਹਦਾ ਮਤਲਬ ਭਾਈ ਗੁਰਦਾਸ ਕਹਿੰਦੇ, ਕਪਟ ਸਨੇਹ ਹੈ ਉਹ ਬੰਦਾ, ਬਾਂਸ ਵਰਗਾ ਹੈ ਉਹ ਬੰਦਾ ਜਿਹੜੇ ਅੰਦਰ ਸਨੇਹ ਕਪਟੀ ਹੈ, ਜਿਹਦੇ ਅੰਦਰ ਸਿਰਫ ਜਿਹੜਾ ਸਨੇਹ ਆ ਉਹ ਭੁਲੇਖੇ ਵਾਲਾ ਹੈ, ਜਿਹਦੇ ਅੰਦਰ ਦਾ ਪਿਆਰ ਸਿਰਫ ਤੇ ਸਿਰਫ ਵਿਖਾਵੇ ਵਾਲਾ ਹੈ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਵਜਾਈਏ ਫੂਕ। ਉਹ ਇਦਾਂ ਦੇ ਹੁੰਦੇ ਨੇ ਕਿ ਜਿਵੇਂ ਬਾਂਸ ਵਿੱਚੋਂ ਇੱਕ ਪਾਸੋਂ ਫੂਕ ਮਾਰੋ ਦੂਜੇ ਪਾਸੋਂ ਨਿਕਲ ਜਾਂਦੀ ਹੈ। ਸਭ ਕਹਿੰਦੇ ਉਹ ਬੈਠੇ ਤੇ ਜ਼ਰੂਰ ਗੁਰੂ ਕੋਲ ਹੁੰਦੇ ਨੇ, ਉਹਨਾਂ ਦੀ ਗੁਰੂ ਦੀ ਗੱਲ ਸੁਣ ਵੀ ਜ਼ਰੂਰ ਰਹੇ ਹੁੰਦੇ ਨੇ, ਪਰ ਜਿਵੇਂ ਬਾਂਸ ਵਿੱਚੋਂ ਇੱਕ ਪਾਸੋਂ ਫੂਕ ਮਾਰੀ ਦੂਜੇ ਪਾਸੋਂ ਨਿਕਲ ਗਈ, ਸੁਣ ਉਹ ਵੀ ਰਹੇ ਨੇ ਗੁਰੂ ਦੀ ਗੱਲ ਨੂੰ, ਪਰ ਉੱਥੇ ਉਹ ਸੁਣ ਕੇ ਕੱਢੀ ਜਾ ਰਹੇ। ਆਓ ਇੱਕ ਹੋਰ ਮੈਂ ਸ਼ਲੋਕ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਚਾਰ ਰੱਖਾਂ। ਸਭ ਕਹਿੰਦੇ ਉਹਨਾਂ ਦੇ ਸਿਧਾਂਤ ਇਦਾਂ ਦਾ ਹੈ, ਜਿਵੇਂ ਕਦੇ ਤੁਸੀਂ ਦੇਖੋ ਛੱਪੜ ਵਿੱਚ ਕਮਲ ਦਾ ਫੁੱਲ ਉੱਗਿਆ ਹੋਵੇ ਤੇ ਉਸ ਕਮਲ ਦੇ ਫੁੱਲ ਦੀਆਂ ਜੜ੍ਹਾਂ ਵਿੱਚ ਡੱਡੂ ਫਿਰਦਾ ਹੋਵੇ। ਬੜੇ ਪਿਆਰੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ। ਕਹਿੰਦੇ ਕਮਲ ਦੇ ਫੁੱਲ ਦੀਆਂ ਜੜ੍ਹਾਂ 'ਚ ਡੱਡੂ ਆ ਕੇ ਬੜੀਆਂ ਛਾਲਾਂ ਮਾਰਦਾ, ਗਾਰ ਕਰ ਦਿੰਦਾ, ਪਾਣੀ ਸਾਰਾ ਗੰਦਾ ਕਰ ਦਿੰਦਾ, ਲੇਟੇ ਮਾਰ ਮਾਰ ਕੇ ਡੱਡੂ। ਪਰ ਕਹਿੰਦੇ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ ਵੀ ਜਿਸ ਦੀਆਂ ਜੜ੍ਹਾਂ 'ਚ ਮੈਂ ਗੰਦ ਪਾ ਰਿਹਾ ਜਾਂ ਗਹਿਰਾਈ ਜਾਂ ਚਿੱਕੜ 'ਚ ਬਾਜ਼ੀਆਂ ਪਾ ਰਿਹਾ, ਇਸ ਦੇ ਸਿਰ ਤੇ ਇੱਕ ਬਹੁਤ ਸੋਹਣਾ ਫੁੱਲ ਖਿੜਿਆ ਤੇ ਉੱਥੇ ਭੌਰਾ ਆ ਰਿਹਾ, ਭੌਰਾ ਆਨੰਦ ਮਾਣ ਰਿਹਾ, ਰਸ ਲੈ ਰਿਹਾ, ਆਨੰਦ ਨਾਲ ਭਿੱਜਿਆ ਹੋਇਆ ਹੈ, ਉਡਾਰੀਆਂ ਮਾਰ ਰਿਹਾ ਆ ਕੇ ਉੱਤੇ। ਪਰ ਕਹਿੰਦੇ ਡੱਡੂ ਚਿੱਕੜ ਜਿਹੜਾ ਹੈ, ਡੱਡੂ ਚਿੱਕੜ 'ਚ ਬਾਜ਼ੀਆਂ ਮਾਰ ਕੇ ਖੁਸ਼ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵਚਨ ਕਹਿਣ ਲੱਗਾ ਮੈਂ, ਭੌਰ ਉਸਤਾਦ ਨਿਤ ਭਾਖਿਆ ਬੋਲੇ। ਸਾਹਿਬ ਕਹਿੰਦੇ ਇਹ ਐਬ ਤਨ ਚਿੱਕੜੋ, ਇਦਾਂ ਹੀ ਗੱਲ ਕੀਤੀ ਜਿੱਦਾਂ ਉਹ ਚਿੱਕੜ 'ਚ ਡੱਡੂ ਬਾਜ਼ੀਆਂ ਮਾਰ ਰਿਹਾ ਨਾ। ਕਹਿੰਦੇ ਇਦਾਂ ਹੀ ਮਨ ਜਿਹੜਾ ਡੱਡੂ ਹੈ, ਇਹ ਵਕਾਰਾਂ ਦੀ, ਭੈੜੇ ਖਿਆਲਾਂ ਦੇ, ਮਾੜੀ ਸੋਚ ਦੇ ਚਿੱਕੜ ਵਿੱਚ ਇਦਾਂ ਹੀ ਛਾਲਾ ਮਾਰ ਰਿਹਾ। ਐਬ ਤਨ ਚੀਕੜੋ, ਇਹ ਮਨ ਮੀਂਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਉਹਨੇ ਕਮਲ ਦੇ ਫੁੱਲ ਦੀ ਕੋਈ ਸਾਰ ਨਹੀਂ ਜਾਣੇਗਾ, ਡੱਡੂ ਚਿੱਕੜ 'ਚ ਆ ਰਹਿ ਕੇ ਖੁਸ਼ ਹੈ, ਉਹ ਕਮਲ ਦੇ ਫੁੱਲ ਦੀ ਕੀ ਸਾਰ ਜਾਣੇਗਾ। ਇਹ ਇਸ਼ਾਰਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵੀ ਜਿਹੜੇ ਬੰਦੇ ਗੰਦਗੀ 'ਚ ਮਾੜੇ ਸੋਚਾਂ 'ਚ, ਮਾੜੀ ਸੁਸਾਇਟੀ 'ਚ, ਮਾੜੇ ਕੰਮਾਂ 'ਚ, ਮਾੜੇ ਲੋਕਾਂ ਨਾਲ ਬਹਿਣਾ ਸਿੱਖ ਗਏ ਨੇ, ਉਹਨਾਂ ਨੂੰ ਕਮਲ ਵਰਗੀ ਬਹੁਤ ਪਿਆਰੀ ਸੰਗਤ ਚੰਗੀ ਨਹੀਂ ਲੱਗਦੀ। ਉਹਨਾਂ ਦੇ ਕੋਲ ਭਾਵੇਂ ਚੰਗੀਆਂ ਗੱਲਾਂ ਕਰ ਜਾਓ, ਗੁਰੂ ਦੀ ਗੱਲ ਕਰ ਜਾਓ, ਉਹ ਬਿਲਕੁਲ ਡੱਡੂ ਵਰਗੇ ਨੇ, ਕਮਲ ਨੂੰ ਜਾਣਦੇ ਹੀ ਨਹੀਂ। ਇਹੋ ਗੱਲ ਕਹਿੰਦੇ ਨੇ, ਐਬ ਤਨ ਚੀਕੜੋਏ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਭੌਰਾ ਆ ਕੇ ਫੁੱਲ ਤੇ ਬਹਿੰਦਾ, ਭਾਂ ਭਾਂ ਕਰਦਾ, ਆਵਾਜ਼ਾਂ ਕਰਦਾ, ਪਰ ਡੱਡੂ ਨਹੀਂ ਉਹਦੀ ਆਵਾਜ਼ ਸੁਣਦਾ। ਭੌਰ ਉਸਤਾਦ, ਇੱਥੇ ਭੌਰ ਦਾ ਇਸ਼ਾਰਾ ਹੈ ਗੁਰੂ ਆਵਾਜ਼ਾਂ ਦੇ ਰਿਹਾ ਹੈ, ਗੁਰੂ ਬਾਰ-ਬਾਰ ਸੁਨੇਹੇ ਦੇ ਰਿਹਾ ਹੈ। ਡੱਡੂ ਵਰਗਾ, ਚਿੱਕੜ ਵਰਗਾ ਜਦੋਂ ਮਨ ਬਣ ਜਾਏ ਨਾ, ਫਿਰ ਕਹਿੰਦੇ ਗੁਰੂ ਦੀ ਗੱਲ ਨਹੀਂ ਸੁਣਦਾ, ਫਿਰ ਨਹੀਂ ਇਹ ਸੁਣਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾਣੇ ਬੁਝਾਈ। ਸਤਿਗੁਰੂ ਸਾਹਿਬ ਨੇ ਆਖਿਆ ਕਦੇ ਧਿਆਨ ਦੇ ਭਲਿਆ, ਤੂੰ ਕਪਟ ਸਨੇਹੀ ਹੋ ਜਾਏਗਾ ਜੇ ਗੁਰੂ ਦੀ ਗੱਲ ਨਾ ਸੁਣੇਗਾ। ਤੇ ਸੱਚ ਸੀ, ਜਿਨ੍ਹਾਂ ਨੇ ਨਹੀਂ ਸੁਣੀ ਉਹ ਹੋ ਵੀ ਗਏ। ਤੇ ਭਾਈ ਗੁਰਦਾਸ ਕਹਿੰਦੇ ਉਹ ਬੜੇ ਖਤਰਨਾਕ ਹੋਏ, ਮਾੜੇ ਮੋਟੇ ਵੀ ਨਹੀਂ ਹੋਏ। ਕਪਟ ਸਨੇਹ ਦੀ ਇੱਕ ਉਦਾਹਰਨ ਦੇਣ ਲੱਗਾ ਵੀ ਜੇ ਬੰਦਾ ਵਾਕਈ ਕਪਟ ਸਨੇਹੀ ਬਣ ਜਾਏ, ਕਈ ਵਾਰ ਉਹਦੀਆਂ ਅੱਖਾਂ 'ਚੋਂ ਆਇਆ ਹੋਇਆ ਅਥਰੂ ਲੋਕਾਂ ਨੂੰ ਭਰਮਾ ਸਕਦਾ ਹੈ, ਲੋਕ ਉੱਤੇ ਪ੍ਰਭਾਵਿਤ ਹੋ ਜਾਣਗੇ ਉਹਦੀਆਂ ਅੱਖਾਂ 'ਚੋਂ ਅਥਰੂ ਵੇਖ ਕੇ, ਪਰ ਗੁਰੂ ਨਹੀਂ ਹੋਏਗਾ, ਗੁਰੂ ਪ੍ਰਭਾਵਿਤ ਨਹੀਂ। ਪਰ ਇਹੋ ਜਿਹਾ ਬੰਦਾ ਖਤਰਨਾਕ ਬਹੁਤ ਹੋਏਗਾ।
ਜਿਹੜਾ ਬੰਦਾ ਸਿਰਫ ਲੋਕਾਂ ਸਾਹਮਣੇ ਜਾਣ ਕੇ ਜਾਣ ਬੁੱਝ ਕੇ ਅੱਖਾਂ ਚੋਂ ਪਾਣੀ ਕੱਢ ਲਵੇ, ਭਾਵ ਰੋਣ ਲੱਗ ਪਏ, ਝੂਠਾ ਰੋਣ ਲੱਗ ਪਏ, ਇਹੋ ਜਿਹਾ ਬੰਦਾ ਬਹੁਤ ਖਤਰਨਾਕ ਬਣ ਸਕਦਾ ਹੈ। ਮੈਂ ਉਦਾਹਰਨ ਦਿੰਦਾ ਇਸ ਬਾਰੇ। ਇੱਕ ਚੋਰ ਫੜਿਆ ਗਿਆ ਤੇ ਉਹਨੂੰ ਕਚਹਿਰੀ 'ਚ ਪੇਸ਼ ਕੀਤਾ ਹੈ, ਸਾਹਮਣੇ ਕਟਹਿਰੇ 'ਚ ਖੜਾ ਕੀਤਾ ਗਿਆ, ਵਿਟਨੈਸ ਬਾਕਸ 'ਚ ਖੜਾ ਕੀਤਾ ਹੋਇਆ ਹੈ। ਜੋ ਉੱਥੇ ਖਲੋਤਾ ਹੈ ਤੇ ਜਿਹੜੇ ਘਰੋਂ ਚੋਰੀ ਹੋਈ ਨਾ, ਉਹ ਵੀ ਸਾਹਮਣੇ ਖਲੋਤਾ ਹੈ। ਉਹ ਸਵਾਲ ਕਰ ਰਿਹਾ, ਵਕੀਲ ਕਹਿ ਰਿਹਾ ਹੈ ਵੀ ਤੇਰੇ ਘਰ 'ਚੋਂ ਚੋਰੀ ਹੋਈ ਹੈ ਤੇ ਕਿੰਨੇ ਦੀ ਹੋਈ? ਕਹਿੰਦਾ 10 ਰੁਪਏ ਦੀ ਹੋਈ ਹੈ। ਕਹਿੰਦਾ ਅੱਛਾ, ਤੇਰੇ ਘਰ 'ਚ ਕਿੰਨੇ ਪੈਸੇ ਪਏ ਹੁੰਦੇ ਨੇ? ਕਹਿੰਦਾ ਮੇਰੇ ਘਰ 'ਚ ਹਰ ਵੇਲੇ ਤਕਰੀਬਨ 10,000 ਰੁਪਇਆ ਪਿਆ ਹੀ ਹੁੰਦਾ ਹੈ। ਤੇ ਉਹ ਕਹਿਣ ਲੱਗਾ ਫਿਰ ਚੋਰੀ ਨਹੀਂ ਆ ਸਾਹਿਬ ਬਹਾਦਰ, ਇਹ ਚੋਰੀ ਨਹੀਂ ਹੋ ਸਕਦੀ, ਇਹ ਜੱਜ ਸਾਹਿਬ ਇਹ ਤਾਂ ਮਜਬੂਰੀ ਆ, ਜੇ ਇਹਨੇ ਚੋਰੀ ਕਰਨਾ ਹੁੰਦਾ ਤਾਂ ਫਿਰ 10,000 ਕਿਉਂ ਨਹੀਂ ਚੁੱਕਿਆ, 10 ਰੁਪਏ ਹੀ ਕਿਉਂ ਚੁੱਕੇ? ਇਹ ਕੋਈ ਮਜਬੂਰੀ ਹੋ ਸਕਦੀ, ਚੋਰੀ ਨਹੀਂ ਹੋ ਸਕਦੀ। ਚੋਰ ਬੜਾ ਰੋਇਆ, ਬਹੁਤ ਰੋ ਰਿਹਾ। ਚਲੋ ਜੱਜ ਨੇ ਆਖਿਆ ਹਾਂ ਇਹ ਹੋ ਸਕਦਾ ਵੀ ਜੇ ਇਹਨੇ ਚੋਰੀ ਕਰਨੀ ਫਿਰ 10,000 ਵੀ ਚੁੱਕਣਾ ਸੀ, 10 ਰੁਪਏ ਹੀ ਕਿਉਂ ਚੁੱਕੇ? ਪਰ ਉਹ ਰੋਈ ਜਾ ਰਿਹਾ। ਜੱਜ ਨੇ ਫੈਸਲਾ ਸੁਣਾਤਾ ਵੀ ਇਹ ਬੰਦਾ ਚਲੋ ਮਜਬੂਰ ਵਸ ਹੋ ਕੇ ਕਿਸੇ ਲੋੜ ਪਈ ਹੋਊਗੀ, ਤਾਂ ਕਰਕੇ ਇਸ ਬੰਦੇ ਨੇ ਕੋਈ ਮਜਬੂਰੀ ਵਸ ਚੋਰੀ ਕਰੀ ਹੈ, ਤੇ ਜੱਜ ਨੇ ਫਿਰ ਵੀ ਮਾਫ ਕਰ ਦਿੱਤਾ। ਪਰ ਉਹ ਰੋਣੋਂ ਨਹੀਂ ਹਟ ਰਿਹਾ, ਜਿਹੜਾ ਚੋਰ ਸੀ ਰੋਣੋਂ ਨਹੀਂ ਸੀ ਹਟ ਰਿਹਾ। ਵਕੀਲ ਬਾਹਰ ਆਇਆ ਹੈ, ਉਹਨੇ ਅਹਿਸਾਸ ਦਵਾਇਆ ਵੀ ਹੁਣ ਚਲ ਹੌਸਲਾ ਕਰ ਲੈ, ਤੂੰ ਬਚ ਗਿਆ, ਕੋਈ ਗੱਲ ਨਹੀਂ, ਜੱਜ ਸਾਹਿਬ ਨੇ ਤੇਰੇ ਤੇ ਤਰਸ ਕੀਤਾ, ਮਾਫ ਕਰਤਾ, ਤੂੰ ਬਚ ਗਿਆ, ਕੋਈ ਗੱਲ ਨਹੀਂ, ਚੱਲ ਮੇਰੀ ਫੀਸ ਦੇ, ਮੈਨੂੰ ਬਚਾਇਆ ਤੇ ਤੂੰ ਰੋਣਾ ਕਿਹੜੀ ਗੱਲੋਂ? ਕਹਿ ਲੱਗਾ ਜੀ ਨਹੀਂ, ਮੈਂ ਦੇਖ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਹਾਰਿਆ। ਉਹ ਚੋਰ ਕਹਿੰਦਾ ਜ਼ਿੰਦਗੀ 'ਚ ਪਹਿਲੀ ਵਾਰੀ ਆ ਰਿਹਾ, ਕਿਸ ਗੱਲ ਤੋਂ? ਕਹਿੰਦਾ ਕਹਿਣ ਲੱਗਾ ਮੈਂ ਇਸ ਗੱਲੋਂ ਰੋ ਰਿਹਾ ਵੀ ਮੈਨੂੰ 10 ਰੁਪਏ ਹੀ ਕਿਉਂ ਦਿਖੇ, 10,000 ਕਿਉਂ ਨਹੀਂ ਦਿਸਿਆ? ਰੋ ਵੀ ਰਿਹਾ ਹੈ, ਕਹਿੰਦਾ ਮੈਨੂੰ 10 ਰੁਪਏ ਹੀ ਕਿਉਂ ਦਿਸਿਆ, 10,000 ਕਿਉਂ ਨਹੀਂ ਦਿਸਿਆ? ਹੁਣ ਇਹੋ ਜਿਹੇ ਬੰਦੇ ਦਾ ਰੋਣਾ ਪਖੰਡ ਹੈ, ਰੋ ਰਿਹਾ ਪਰ ਪਖੰਡ ਹੈ। ਗੁਰੂ ਨੇ ਆਖਿਆ ਇਹੋ ਜਿਹਾ ਕਪਟ ਸੁਨੇ। ਗੁਰੂ ਗ੍ਰੰਥ ਦੀ ਬਾਣੀ ਸ਼ਬਦ ਪੜੋ, ਬਾਣੀ 'ਚੋਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਕਿਉਂ ਭਲਾ? ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਵਿਕਾਰ, ਗੁਰੂ ਕਹਿੰਦੇ ਉਹਨਾਂ ਦਾ ਰੋਣਾ ਵੀ ਪ੍ਰਵਾਨ ਨਹੀਂ। ਜਿਨ੍ਹਾਂ ਦਾ ਅੰਦਰੋਂ ਕਪਟ ਕਰਕੇ ਗੁਰੂ ਅੰਦਰ ਰੋਣਾ ਵੀ ਪ੍ਰਵਾਨ ਨਹੀਂ ਉਹਨਾਂ ਦਾ, ਤੇ ਕਿਸੇ ਦਾ ਹੱਸਣਾ ਵੀ ਪ੍ਰਵਾਨ ਹੈ ਗੁਰੂ ਦਰ ਤੇ। ਕਿਉਂ ਭਲਾ? ਕਿਉਂਕਿ ਉਹ ਕਿਸੇ ਦਾ ਦਿਲ ਖੁਸ਼ ਕਰਕੇ ਹਸਾ ਰਿਹਾ ਹੈ, ਕਿਸੇ ਨਾਲ ਬੇਈਮਾਨੀ ਕਰਕੇ ਨਹੀਂ ਹੱਸ ਰਿਹਾ, ਕਿਸੇ ਨਾਲ ਧੋਖਾ ਕਰਕੇ ਨਹੀਂ ਹੱਸ ਰਿਹਾ, ਸਗੋਂ ਦੂਜੇ ਨੂੰ ਚੰਗੀ ਗੱਲ ਸੁਣਾ ਕੇ ਅਗਲੇ ਦਾ ਦਿਲ ਖੁਸ਼ ਕਰ ਗਿਆ। ਸੱਚ ਹੈ, ਇੱਕ ਵਿਦਵਾਨ ਦੀ ਮੈਂ ਵਿਚਾਰ ਪੜ੍ਹੀ, ਉਹਨੇ ਬੜੀ ਸੋਹਣੀ ਗੱਲ ਕਹੀ। ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕ ਸੁਨੇਹਾ ਦਿੰਦੀ ਹੈ ਕਿ ਤੂੰ ਬਾਣੀ ਪੜ੍ਹ ਕੇ ਜੀਵਨ 'ਚ ਧਾਰਨ ਕਰਕੇ ਜੀਵਨ ਨੂੰ ਆਨੰਦ ਵਰਗਾ ਬਣਾਉਣਾ ਹੈ। ਆਨੰਦ ਮਤਲਬ ਖੁਸ਼ੀ ਵਾਲਾ, ਵੀ ਤੈਨੂੰ ਖੁਸ਼ੀ ਮਿਲੇ, ਤੈਨੂੰ ਆਨੰਦ, ਤੂੰ ਆਪਣੇ ਜੀਵਨ 'ਚ ਆਨੰਦ ਰਹੇ। ਕਹਿੰਦੇ ਜਦੋਂ ਬੰਦਾ ਹੱਸ ਰਿਹਾ ਹੁੰਦਾ ਨਾ, ਆਪਣੇ ਜੀਵਨ 'ਚ ਪੂਰਾ ਖੁਸ਼ ਹੁੰਦਾ ਹੈ, ਕਹਿੰਦੇ ਉਹ ਵੀ ਇੱਕ ਆਨੰਦ ਹੈ, ਉਹ ਵੀ ਇੱਕ ਆਨੰਦ ਹੈ। ਤੇ ਹੱਸਣਾ, ਜਦੋਂ ਬੰਦੇ ਨੂੰ ਹਾਸਾ ਆ ਰਿਹਾ, ਉਹ ਆਨੰਦ ਵਿੱਚ ਹੈ। ਕਹਿੰਦੇ ਸਮਝ ਲਓ ਉਹ ਆਨੰਦ ਵੀ ਇੱਕ ਬੰਦਗੀ ਬਣ ਸਕਦਾ ਹੈ। ਬਾਣੀ ਪੜ੍ਹ ਕੇ ਵੀ ਮਨੁੱਖ ਨੇ ਜੀਵਨ 'ਚ ਆਨੰਦ ਹੀ ਧਾਰਨ ਕਰਨਾ ਹੈ, ਆਨੰਦ ਹੀ ਲੈਣਾ ਹੈ। ਤੇ ਬੰਦਾ ਹੱਸ ਰਿਹਾ, ਕਹਿੰਦੇ ਉਹ ਵੀ ਆਨੰਦ ਜਦੋਂ ਲੈ ਰਿਹਾ ਹੁੰਦਾ, ਉਹ ਵੀ ਇੱਕ ਬੰਦਗੀ ਉਹ ਹੈ। ਜੀਵਨ 'ਚ ਖੁਸ਼ ਹੋਣਾ, ਜੀਵਨ 'ਚ ਆਨੰਦ ਨੂੰ ਧਾਰਨ ਕਰ ਲੈਣਾ, ਮਾੜੇ ਕੰਮਾਂ ਤੋਂ ਬਚ ਕੇ ਚੰਗੇ ਜੀਵਨ ਨੂੰ ਗੁਣ ਧਾਰਨ ਕਰ ਲੈਣੇ, ਵੀ ਜੀਵਨ 'ਚ ਆਨੰਦ ਆ ਜਾਣਾ ਹੈ। ਸਤਿਗੁਰੂ ਸਾਹਿਬ ਕਹਿੰਦੇ ਜੀਵਨ 'ਚ ਆਨੰਦ ਤਾਂ ਹੈ ਜੇ ਤੂੰ ਸਤਿਗੁਰੂ ਦੀ ਵਿਚਾਰ ਨੂੰ ਸਮਝ ਲੈ। ਹੁਣ ਉਹ ਜ਼ਿਕਰ ਕੀਤਾ ਜਿਹੜੇ ਕਪਟ ਸਨੇਹੀ, ਉਹ ਕਿੱਦਾਂ ਦੇ ਹੁੰਦੇ ਨੇ? ਕਹਿੰਦੇ ਗਊ ਮੁਖ ਬਾਗ ਜੈਸੇ ਬਸੇ ਮ੍ਰਿਗ ਮਾਲ ਵਿਖੇ। ਗਾਵਾਂ ਦਾ ਵੱਗ ਤੁਰਿਆ ਜਾ ਰਿਹਾ, ਗਾਵਾਂ ਇਕੱਠੀਆਂ ਤੁਰੀਆਂ ਜਾ ਰਹੀਆਂ ਹੋਣ ਨਾ, ਪਰ ਹੁਣ ਉੱਥੇ ਸ਼ੇਰ ਆ ਜਾਏ ਤੇ ਸਾਰੇ ਡਰ ਕੇ ਭੱਜਣਗੀਆਂ। ਪਰ ਸ਼ੇਰ ਕੋਈ ਗਾਂ ਦਾ ਮਖੌਟਾ ਪਹਿਨ ਕੇ ਵਿੱਚੇ ਤੁਰਿਆ ਜਾ ਰਿਹਾ ਹੋਵੇ, ਤੇ ਉਹਨਾਂ ਚਿਰ ਤੁਰਿਆ ਜਾ ਰਿਹਾ, ਜਦੋਂ ਭੁੱਖ ਲੱਗੇਗੀ ਉਹਨੇ ਕੋਈ ਨਾ ਕੋਈ ਬੁੜੋ ਲੈਣੀ, ਦਬ ਲੈਣੀ ਕੋਈ ਨਾ ਕੋਈ, ਉਹਨਾਂ ਚਿਰ ਤੁਰਿਆ ਜਾ, ਜਦੋਂ ਲੋੜ ਪਈ ਉਹਨੇ ਉਦੋਂ ਮਾਰਨੀ, ਉਦੋਂ ਨਹੀਂ ਮਾਰਨੀ ਉਹਨੇ, ਪਰ ਉਹਨੇ ਮਖੌਟਾ ਐਸਾ ਕਦੇ ਹੁੰਦਾ ਨਹੀਂ ਹੈ ਕਿ ਸ਼ੇਰ ਕਦੇ ਗਾਂ ਦਾ ਮਖੌਟਾ ਪਹਿਨ ਕੇ ਜਾ ਰਿਹਾ ਹੋਵੇ। ਇਸ ਜਾਨਵਰਾਂ ਦੀ ਗੱਲ ਨਹੀਂ, ਗੱਲ ਇਨਸਾਨ ਦੀ। ਭਾਈ ਗੁਰਦਾਸ ਕਰਦੇ ਨੇ, ਕਹਿੰਦੇ ਮੰਨ ਲਓ ਕਿਤੇ ਏਦਾਂ ਹੋ ਜਾਏ ਵੀ ਜਿਹੜਾ ਸ਼ੇਰ ਹੈ ਉਹ ਗਾਂ ਦਾ ਮਖੌਟਾ ਪਹਿਨ ਕੇ ਗਾਵਾਂ 'ਚ ਵੜ ਕੇ ਗਾਵਾਂ ਮਾਰ ਦੇਵੇ, ਕਹਿੰਦੇ ਫਿਰ ਤਾਂ ਨੁਕਸਾਨ ਬਹੁਤ ਹੋਏਗਾ। ਭਾਈ ਗੁਰਦਾਸ ਕਹਿੰਦੇ ਇਹ ਭਾਵੇਂ ਜਾਨਵਰ ਏਦਾਂ ਨਾ ਕਰਦੇ ਹੋਣ,
ਜਾਨਵਰ ਇਦਾਂ ਨਾ ਕਰਦੇ ਹੁਣ। ਜਾਨਵਰ ਵੇਖੋ ਜਿਹੋ ਜਿਹੇ ਅੰਦਰੋਂ ਉਹੋ ਜਿਹੇ ਬਾਹਰ ਹੈ। ਸ਼ੇਰ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਬਾਹਰ, ਗਧਾ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਬਾਹਰ ਹੈ, ਪਸ਼ੂ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਬਾਹਰ ਹੈ। ਬੰਦਾ ਜਿਹੋ ਜਿਹਾ ਬਾਹਰੋਂ ਦਿਸਦਾ ਉਹੋ ਜਿਹਾ ਅੰਦਰੋਂ ਨਹੀਂ ਹੈਗਾ। ਜਿਹੋ ਜਿਹਾ ਅੰਦਰੋਂ ਦਿਸਦਾ ਉਹੋ ਜਿਹਾ ਬਾਹਰੋਂ ਨਹੀਂ ਹੈਗਾ। ਇਹ ਮਤਲਬ ਕਿ ਬੰਦੇ ਜਾਨਵਰਾਂ ਦੇ ਵਿੱਚ ਕੁਝ ਤੇ ਇਸ ਮਨੁੱਖ ਵਿੱਚ ਕੋਈ ਬੜਾ ਅੰਤਰ ਹੋ ਗਿਆ। ਕਿਉਂ ਬੜਾ? ਵਿਚਾਰ ਵੇਖਿਓ ਹੁਣ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿੰਨੀ ਪਿਆਰੀ ਕਮਾਲ ਦੀ ਵਿਚਾਰ ਦੱਸੀ ਗੁਰੂ ਸਾਹਿਬ ਨੇ। ਕਹਿੰਦੇ ਜਿਹੜੇ ਭਾਈ ਗੁਰਦਾਸ ਨੇ ਗਊ ਮੁਖ ਬਾਗ ਜੈਸੇ ਬਸੇ ਮ੍ਰਿਗ ਮਾਲ ਵਿਖੇ, ਕਹਿੰਦੇ ਇੱਥੇ ਬਹੁਤ ਸਾਰੇ ਬੰਦੇ ਜਿਹੜੇ ਨੇ ਸ਼ਰਾਫਤ ਦਾ ਮੁਖੌਟਾ ਪਹਿਨੀ ਤੁਰੇ ਜਾ ਰਹੇ ਨੇ। ਸ਼ਰਾਫਤ ਦਾ ਮੁਖੌਟਾ ਉਹਨਾਂ ਪਹਿਨਿਆ ਹੋਇਆ ਹੈ, ਪਰ ਜਦੋਂ ਕਿਤੇ ਦਾ ਲੱਗਦਾ ਹੈ ਉਹ ਆਪਣੇ ਨਾਲ ਦਾ ਬੜੁੱਚ ਦਿੰਦੇ ਨੇ, ਨਾਲ ਦਾ ਚਾੜ ਦਿੰਦੇ ਨੇ ਗੱਡੀ, ਆਪ ਫਿਰ ਆਪਣਾ ਤਰੱਕੀ ਕਰ ਜਾਂਦੇ ਨੇ। ਬੜੇ ਐਸਿਆਂ ਨੇ ਕਰੇ ਨੇ ਬਹੁਤ ਸਮੇਂ 1984 ਤੋਂ ਲੈ ਕੇ ਤਕਰੀਬਨ 1995-96 ਤੱਕ ਕਈਆਂ ਨੇ ਮੁਖੌਟੇ ਪਹਿਨੇ, ਕਈਆਂ ਨੇ ਘਾਤ ਕਰਿਆ ਜਵਾਨੀ ਦਾ, ਤੇ ਕਈ ਫਿਰ ਆਪ ਹੀ ਅੱਗੇ ਆ ਗਏ। ਬਹੁਤ ਸਾਰੇ ਐਸੇ ਸਨ, ਤੁਸੀਂ ਮੇਰੇ ਤੋਂ ਵੱਧ ਜਾਣੂ। ਇਦਾਂ ਹੀ ਬਹੁਤ ਉਹ ਨੇ ਭਾਈ ਗੁਰਦਾਸ ਇਸ਼ਾਰਾ ਦੇਣਾ ਜਿਨ੍ਹਾਂ ਬਾਹਰੋਂ ਮੁਖੌਟਾ ਗਾਂ ਵਰਗਾ ਸ਼ਰਾਫਤ ਵਾਲਾ ਪਹਿਨ ਲੈਣ ਤੇ ਅੰਦਰੋਂ ਬਿਰਤੀ ਸ਼ੇਰ ਵਾਲੀ ਹੋਵੇ, ਭਾਵ ਖੋ ਕੇ ਖਾ ਜਾਣ ਵਾਲੀ, ਦੂਜੇ ਨੂੰ ਘਾਤ ਕਰਕੇ ਮਾਰ ਜਾਣ ਵਾਲੀ। ਗਊ ਮੁਖ ਬਾਗ ਜੈਸੇ ਬਸੇ ਮ੍ਰਿਗ ਮਾਲ ਵਿਖੇ, ਕੰਗਣਾ ਪੈਰ ਜੋ ਬਿਲਿਆ ਖਗ ਮੋਏ। ਕਹਿੰਦੇ ਕੋਈ ਐਸਾ, ਕੋਈ ਮੰਨ ਲਓ ਬਿੱਲੀ ਤੀਰਥ ਯਾਤਰਾ ਤੋਂ ਹੋ ਕੇ ਆਵੇ ਤੇ ਉਥੋਂ ਧਾਗਾ ਗਲ ਚ ਪਵਾ ਲਿਆਏ। ਬਿੱਲੀ ਕਿਸੇ ਤੀਰਥ ਯਾਤਰਾ ਤੇ ਜਾਏ ਤੇ ਗਲ ਚ ਧਾਗਾ ਪਵਾ ਲਿਆਏ, ਆਖੇ ਮੈਂ ਇਹ ਧਾਗਾ ਕਰਾ ਕੇ ਪਵਾਇਆ ਹੈ। ਤੇ ਕਹਿੰਦੇ ਪੁੱਛੇ ਵੀ ਕਿਉਂ ਪਵਾਇਆ? ਕਹਿੰਦੇ ਅੱਜ ਤੋਂ ਬਾਅਦ ਚੂਹੇ ਮਾਰਨੇ ਛੱਡੇ। ਚੂਹੇ ਨਹੀਂ ਮਾਰਨੇ, ਬਿੱਲੀ ਕਹਿੰਦੀ। ਪਰ ਮੈਂ ਇੱਕ ਨਾਲ ਵਿਚਾਰ ਰੱਖ ਦੇਣਾ ਭਾਈ ਗੁਰਦਾਸ ਕਿਵੇਂ ਤਾਂ ਹੋਰ ਆਉਂਦਾ। ਭਾਈ ਗੁਰਦਾਸ ਕਹਿੰਦੇ ਨੇ ਜੈਸੇ ਤੂੰ ਮਝਾਰ ਕਹੇ ਕਰੋ ਨਾ ਆਹਾਰ ਮਾਸ, ਮੂਸਾ ਦੇਖ, ਮੂਸਾ ਕਹਿੰਦੇ ਨੇ ਚੂਹੇ ਨੂੰ, ਮੂਸਾ ਦੇਖ ਪਾਛੇ ਦੌੜੈ ਧੀਰ ਨਾ ਧਰਤ ਹੈ। ਕਹਿੰਦੇ ਜਦੋਂ ਬਿੱਲੀ ਕਈ ਵਾਰ ਕਹਿੰਦੀ ਅੱਜ ਤੋਂ ਜਦੋਂ ਰਾਜਾਂ ਦੀ ਨਾ ਪੂਰਾ ਖਾ ਕੇ ਚੂਹੇ, ਕਹਿੰਦੀ ਅੱਜ ਤੋਂ ਬਾਅਦ ਚੂਹੇ ਨਹੀਂ ਮਾਰਨੇ, ਬੰਦ। ਪਰ ਜਦੋਂ ਕਿਤੇ ਵੇਖ ਲੈਂਦੀ ਫਿਰ ਮਗਰ ਦੌੜ ਪੈਂਦੀ ਹੈ। ਇਹੋ ਗੱਲ ਭਾਈ ਗੁਰਦਾਸ ਕਹਿੰਦੇ ਮਨੁੱਖ ਕਪਟ ਸਨੇਹ ਵਾਲਾ ਬੰਦਾ ਇਦਾਂ ਕਹਿੰਦਾ ਵੀ ਅੱਜ ਤੋਂ ਬਾਅਦ ਬੇਈਮਾਨੀਆਂ ਨਹੀਂ ਕਰਨੀਆਂ। ਗੁਰਦੁਆਰਾ ਮੱਥਾ ਟੇਕ ਆਏ, ਸੌਵਾਂ ਪਾਏ, ਕਈਆਂ ਨੇ ਸੌਵਾਂ ਪਾਈਆਂ ਵੀ ਆ ਸ਼ਰਾਬ ਨਹੀਂ ਪੀਣੀ ਅੱਜ ਤੋਂ। ਠੇਕਾ ਲਾਗੋਂ ਲੰਘਦਾ ਫਿਰ ਮਨ ਬੇਈਮਾਨ ਹੋ ਜਾਂਦਾ। ਕਿਤੇ ਚਾਰ ਬੰਦੇ ਬੈਠੇ ਹੋਣ, ਝੜੀ ਲੱਗੀ ਹੋਵੇ, ਕਿਤੇ ਮੀਂਹ ਪੈਂਦਾ ਹੋਵੇ ਤੇ ਉੱਥੇ ਚਾਰ ਬੈਠੇ ਹੋਣ ਤੇ ਬੰਦੇ ਦਾ ਮਨ ਉੱਥੇ ਬੇਈਮਾਨ ਹੋ ਜਾਂਦਾ। ਇਹ ਉਹ ਨੇ ਜਿਹੜੇ ਬਾਹਰੋਂ ਕਹਿੰਦੇ ਆਪਾਂ ਜੀ ਆਪਾਂ ਸੌਵਾਂ ਪਾਏ, ਆਪਾਂ ਬਾਬੇ ਕੋ ਧਾਗਾ ਬਣਾਏ, ਦੇਖੋ ਜੀ ਆਪਾਂ ਸ੍ਰੀ ਸਾਹਿਬ ਪਾਲਿਆ, ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ, ਹੁਣ ਅਸੀਂ ਮਾੜੇ ਕੰਮ ਛੱਡ ਦਿੱਤੇ ਜਿੱਤੇ ਉਹ ਮੁਬਾਰਕ ਹੈ, ਧੰਤਾਯੋਗ ਸਤਿਕਾਰਯੋਗ। ਪਰ ਜਿਨ੍ਹਾਂ ਨੇ ਹਫ਼ਤਾ ਵੀ ਨਹੀਂ ਕੱਢਿਆ, ਜਿਨ੍ਹਾਂ ਨੇ 10 ਦਿਨ ਵੀ ਨਹੀਂ ਕੱਢੇ, ਉਹ ਵੀ ਤਾਂ ਹੈਗੇ ਐ। ਇਹ ਉਦਾਂ ਦੇ ਨੇ ਜਿਹੜੇ ਬਿੱਲੀ ਵਰਗੇ ਨੇ। ਬਿੱਲੀ 10 ਦਿਨ ਕਹਿੰਦੀ ਵੀ ਮੈਂ ਧਾਗਾ ਗਲ ਚ ਪਾ ਲਿਆ, ਮੈਂ ਨਹੀਂ ਹੁਣ ਚੂਹੇ ਖਾਣੇ। ਉਹ ਜਿੰਨਾ ਚਿਰ ਧਾਗੇ ਦਾ ਦਰਜਾ ਰਹਿੰਦਾ ਮਾੜਾ ਮੋਟਾ ਉਹਨਾਂ ਚਿਰ ਬਚੀ ਰਹਿੰਦੀ ਹੈ। ਪਰ ਜਦੋਂ ਕਹਿੰਦੀ ਮੈਂ ਭੁੱਖੀ ਮਰਨਾ ਜੇ ਇਹਨਾਂ ਮਗਰ ਲੱਗ ਕੇ, ਏਦਾਂ ਹੀ ਬੰਦਾ ਕਰਦਾ ਹੈ। ਇਹ ਬਿੱਲੀ ਨਹੀਂ, ਬਿੱਲੀ ਭਾਵੇਂ ਨਾ ਕਰਦੀ ਹੋਵੇ, ਧਾਗੇ ਨਹੀਂ ਬਿੱਲੀ ਪਾਉਂਦੀ, ਬੰਦਾ ਧਾਗੇ ਪਾਉਂਦਾ ਹੈ। ਬਿੱਲੀ ਨੇ ਕਦੇ ਤੁਸੀਂ ਵੇਖਿਆ ਵੀ ਬਿੱਲੀ ਦੇ ਗਿੱਟਿਆਂ ਨੂੰ ਧਾਗੇ ਬੰਨੇ ਹੋਣ, ਬਿੱਲੀ ਦੇ ਗਲ ਚ ਤਵੀਰ ਪਏ ਹੋਣ? ਇਹ ਬੰਦਾ ਹੀ ਪਾਉਂਦਾ ਹੈ। ਬੰਦੇ ਦੇ ਗਿੱਟਿਆਂ ਨੂੰ ਵੀ ਬੰਨੇ ਆ, ਬੰਦੇ ਨੇ ਗੋਡਿਆਂ ਨੂੰ ਵੀ ਬੰਨੇ ਨੇ, ਉਂਗਲਾਂ ਨੂੰ ਵੀ ਬੰਨੇ ਆ, ਤੇ ਗਲ ਚ ਵੀ ਪਾਏ। ਕੰਮ ਫੇਰ ਵੀ ਮਾੜੇ, ਕੰਮ ਫੇਰ ਵੀ ਬੁਰੇ, ਇਨਸਾਫ ਫੇਰ ਵੀ ਚੱਜਦਾ ਨਹੀਂ ਹੋ ਰਿਹਾ, ਫੇਰ ਵੀ ਦੂਜਿਆਂ ਨਾਲ ਬੇਈਮਾਨੀਆਂ ਹੋ ਰਹੀਆਂ, ਠੱਗੀਆਂ। ਫਿਰ ਧਾਗੇ ਪਾਉਣ ਦਾ ਫਾਇਦਾ ਕੀ ਹੈ? ਪਹਿਲੀ ਗੱਲ ਗੁਰਮਤ ਅਨੁਸਾਰ, ਗੁਰਮਤ 'ਚ ਕੋਈ ਧਾਗਿਆਂ ਨਾਲ ਸੰਬੰਧ ਨਹੀਂ ਹੈਗਾ। ਗੁਰੂ ਨੇ ਆਖਿਆ ਧਾਗਾ ਪਾਉਣਾ, ਆ ਦੱਸਾਂ ਕਿੱਥੇ ਕਿੱਥੇ ਪਾਉਣਾ ਹੀ। ਤੱਗ ਨਾ ਇੰਦਰੀ, ਤੱਗ ਨਾ ਨਾਰੀ। ਜਿੱਥੇ ਧਾਗਾ ਪਾਉਣਾ, ਤੱਗ ਦਾ ਅਰਥ ਹੈ ਧਾਗਾ, ਜਿੱਥੇ ਧਾਗਾ ਪਾਉਣਾ ਸੀ ਉੱਥੇ ਪਾ ਨਹੀਂ ਰਿਹਾ ਤੂੰ। ਆਪਣੀਆਂ ਅੱਖਾਂ ਨੂੰ ਧਾਗਾ ਪਾ, ਆਪਣੀ ਜ਼ੁਬਾਨ ਨੂੰ ਧਾਗਾ ਪਾ, ਆਪਣੇ ਕੰਨਾਂ ਨੂੰ ਧਾਗਾ ਪਾ, ਤਾਂ ਕਿ ਇਹ ਗੰਦਾ ਸੁਣਨਾ, ਗੰਦਾ ਬੋਲਣ ਨਾ, ਗੰਦਾ ਵਿਚਾਰ ਨਾਲ ਨਾ ਜੁੜਨ, ਇਹ ਭਾਵ ਭੈੜੇ ਮਾਲੇ ਪਾਸੇ ਨਾ ਜਾਣ, ਇਸ ਦਰ ਧਾਗਾ ਪਾ। ਪਰ ਇਹ ਧਾਗਾ ਪਾਇਆ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਪੰਡਤ ਨੂੰ ਆਖਿਆ ਸੀ ਜਨੇਊ ਪਾਉਣਾ ਮੈਨੂੰ ਉਹ ਪਾ ਜਿਹੜਾ ਆ ਗੁਣਾ ਵਾਲਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਾਟੇ, ਜਨੇਊ ਜੀ ਕਾ ਹਈ ਤਾਂ ਪਾਂਡੇ ਘਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ, ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰਬਾਹਮਣ ਥਿਆ, ਉਹ ਮੂਆ ਉਹ ਝੜ ਪਿਆ ਵਿਤੱਗਾ ਗਿਆ।
ਇਹ ਜਿਹੜਾ ਬਾਹਰ ਦਾ ਜਨੇਊ ਆ, ਬੰਦਾ ਮਰੇਗਾ ਇਹ ਇੱਥੇ ਰਹਿ ਜਾਣਾ ਹੈ, ਪਰ ਮੈਨੂੰ ਉਹ ਜਨੇਊ ਦੇ ਜਿਹੜਾ ਅੱਖਾਂ ਨੂੰ ਵੀ ਪੈ ਜਾਂਦਾ ਹੋਵੇ, ਜਿਹੜਾ ਜ਼ੁਬਾਨ ਨੂੰ ਵੀ ਪੈ ਜਾਂਦਾ ਹੋਵੇ, ਉਹ ਹੈ ਨਿਯਮ, ਉਹ ਹੈ ਸਿਧਾਂਤ, ਉਹ ਹੈ ਗੁਰੂ ਦੀ ਵਿਚਾਰ, ਗੁਰੂ ਦਾ ਪਿਆਰ। ਗੁਰੂ ਦੇ ਪਿਆਰ ਵਾਲਾ ਰੱਸਾ ਪਾ, ਪਿਆਰ ਵਾਲੀ ਰੱਸੀ ਬੰਨ, ਬਾਣੀ ਸ਼ਬਦ ਪਰੋ। ਸਾਹਿਬ ਨੇ ਬਾਣੀ 'ਚ ਆਖਿਆ ਹੈ, ਗੁਰੂ ਨਾਲ ਜੇ ਸਾਂਝ ਬਣਾਉਣੀ ਹੈ, ਤੂੰ ਚਾਹੁੰਦਾ ਵੀ ਮੈਂ ਧਾਗੇ ਪਾਵਾਂ, ਜੇ ਤੂੰ ਚਾਹੁੰਦਾ ਧਾਗੇ ਪਾ, ਧਾਗੇ ਬੰਨਣੇ ਆ, ਤੇ ਗੁਰੂ ਨੇ ਆਖਿਆ ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ। ਤੂੰ ਗੁਰੂ ਦੇ ਨਾਲ ਪਿਆਰ ਦੀ ਜੇਵਰੀ ਬੰਨ ਕੇ ਵੇਖ, ਇਹ ਵੇਖੀ। ਫਿਰ ਕਹਿੰਦੇ ਕਹਿ ਰਵਿਦਾਸ ਛੁਟਵੋ ਕਵਨ ਗੁਣ, ਪ੍ਰੇਮ ਕੀ ਜੇਵਰੀ ਮਾਲਕ ਜੀ, ਮੈਂ ਤੇਰੇ ਨਾਲ ਬਾਹਰ ਦੇ ਦੁਨੀਆ ਦੇ ਧਾਗਿਆਂ ਵਾਂਗ ਨਹੀਂ ਬੱਝਿਆ ਹੋਇਆ, ਮੈਂ ਤੇਰੇ ਨਾਲ ਜਾਂ ਤੂੰ ਮੇਰੇ ਨਾਲ ਪ੍ਰੇਮ ਦੀ ਜੇਵਰੀ ਨਾਲ ਬੰਨਿਆ ਹੋਇਆ, ਪਿਆਰ ਦੀ ਜੇਵਰੀ ਨਾਲ। ਇਹ ਭਾਈ ਗੁਰਦਾਸ ਕਹਿੰਦੇ ਕੰਗਣਾ ਪਹਿਰ ਜੋ ਗਿਲੀ ਬਿਲਿਆ ਖਾ ਗਮੋਈ। ਬੜੇ ਅੱਜ ਨੇ ਬਿੱਲੇ ਨੇ ਜਿਹੜੇ ਬਾਹਰੋਂ ਬੜੇ ਧਰਮੀ ਤੇ ਭੋਲਾ ਜਿਹਾ ਮੂੰਹ ਬਣਾ ਕੇ ਬੈਠੇ ਹੁੰਦੇ ਨੇ, ਪਰ ਦੁਕਾਨਾਂ ਲਾਈ ਬੈਠੇ ਨੇ। ਗੁਰੂ ਨਾਨਕ ਸਾਹਿਬ ਸਿੰਗਲਾ ਦੀਪ ਗਏ, ਉੱਥੇ ਬੜੇ ਗੁਰੂ ਨਾਨਕ ਬਣ ਕੇ ਬੈਠੇ ਸਨ। ਗੁਰੂ ਨਾਨਕ ਸਾਹਿਬ ਸਿੰਗਲਾ ਦੀਪ ਗਏ, ਉੱਥੇ ਜਦੋਂ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਤੇ ਸਿੰਗਲਾ ਦੀਪ ਦੇ ਲੋਕ, ਪਖੰਡੀ ਲੋਕ, ਕਈ ਗੁਰੂ ਨਾਨਕ ਬਣ ਕੇ ਬਹਿ ਗਏ, ਅਸੀਂ ਗੁਰੂ ਨਾਨਕ, ਅਸੀਂ ਗੁਰੂ ਨਾਨਕ। ਪਰ ਜਿਵੇਂ ਜਿਵੇਂ ਪ੍ਰੀਖਿਆ ਲੈਂਦੇ ਗਏ, ਰਾਜ ਸ਼ਿਵ ਨਾਲ ਪ੍ਰੀਖਿਆ ਲੈਂਦਾ ਗਿਆ, ਕੋਈ ਚਮੜੀ ਦਾ ਪੁਜਾਰੀ ਸੀ ਤੇ ਕੋਈ ਦਮੜੀ ਦਾ ਪੁਜਾਰੀ ਸੀ। ਕੋਈ ਚਮੜੀ ਵੇਖ ਕੇ ਉੱਠ ਕੇ ਭੱਜ ਗਿਆ, ਕੋਈ ਦਮੜੀ ਲੈ ਕੇ ਭੱਜ ਗਿਆ। ਪਰ ਗੁਰੂ ਨਾਨਕ ਸਾਹਿਬ ਐਸੇ ਸਨ, ਨਾ ਚਮੜੀ ਕਰਕੇ ਵਿਕੇ ਨਾ ਦਮੜੀ ਕਰਕੇ ਵਿਕੇ। ਗੁਰੂ ਨਾਨਕ ਨੇ ਆਖਿਆ ਗਾਛੋ ਪੁੱਤਰੀ ਰਾਜਕੁਮਾਰ, ਤੁਸੀਂ ਕਿਹੜੇ ਕੰਮਾਂ 'ਚ ਪੈ ਗਈਆਂ ਮੇਰੀਓ ਬੱਚਿਓ। ਉਹਨਾਂ ਬੱਚੀਆਂ ਨੂੰ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਸ ਗੱਲੋਂ ਵੀ ਅੱਜ ਤੱਕ ਸਾਨੂੰ ਲੋਕਾਂ ਨੇ ਭੈੜੀ ਨਿਗਾਹ ਨਾਲ ਹੀ ਵੇਖਿਆ ਹੈ। ਆ ਪਹਿਲਾ ਜਿਹਨੇ ਸਾਨੂੰ ਧੀਆਂ ਕਹਿ ਕੇ ਆਵਾਜ਼ ਮਾਰੀ ਹੈ, ਉਹਨੇ ਆਪ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਕੇ ਆਖਿਆ, ਗੁਰੂ ਨਾਨਕ ਸਾਹਿਬ ਸਾਡੇ ਕੋਲ ਗੁਨਾਹ ਹੋ ਗਿਆ। ਤੇ ਜਾ ਕੇ ਰਾਜੇ ਨੂੰ ਕਹਿੰਦੀਆਂ, ਰਾਜਾ ਸਾਡੇ ਕੋਲ ਕਿੱਡਾ ਵੱਡਾ ਪਾਪ ਕਰਾਉਣ ਲੱਗਾ ਸਾ ਤੂੰ, ਕਿੱਡੇ ਧਰਮੀ ਕਿੱਡੇ ਮਹਾਨ ਧਰਮੀ ਪੁਰਸ਼ ਦੇ ਕੋਲੋਂ ਸਾਡੇ ਸਾਹਮਣੇ ਪਾਪ ਕਰਵਾ ਰਿਹਾ। ਇਹ ਉਹ ਵਿਚਾਰਧਾਰਾ ਜਿਹੜੇ ਗੁਰੂ ਨਾਨਕ ਸਾਹਿਬ ਜਿੱਦਾਂ ਦੇ ਅੰਦਰੋਂ ਹੈ ਉਦਾਂ ਦੇ ਬਾਹਰੋਂ ਹੈ। ਪਰ ਗੁਰੂ ਨੇ ਆਖਿਆ ਸੱਚ ਤੂੰ ਇਦਾਂ ਦਾ ਹੋ ਜਾ, ਜਿਵੇਂ ਦਾ ਤੂੰ ਬਾਹਰੋਂ ਹੈ ਉਦਾਂ ਦਾ ਅੰਦਰੋਂ ਦਿਸ, ਜਿੱਦਾਂ ਦਾ ਅੰਦਰੋਂ ਉਦਾਂ ਦਾ ਬਾਹਰੋਂ ਹੋ ਜਾ। ਵਿਖਾਵਾ ਨਾ ਕਰ। ਗੁਰੂ ਭਾਈ ਗੁਰਦਾਸ ਜੈਸੇ ਬਾਗ ਧਿਆਨ ਧਰ ਕਰਤ ਆਹਾਰ ਮੀਨ। ਬਗਲਾ ਸਮਾਧੀ ਲਾ ਕੇ ਬੈਠਾ ਹੈ, ਬਗਲਾ ਕਹਿੰਦਾ ਹੈ ਕਿ ਮੇਰੇ ਵਰਗਾ ਕੋਈ ਧਰਮੀ ਨਹੀਂ, ਮੈਂ ਅੱਖਾਂ ਬੰਦ ਕਰਕੇ ਬੈਠਾ। ਭਗਤ ਨਾਮਦੇਵ ਜੀ ਇੱਕ ਬੜੀ ਸੋਹਣੀ ਗੱਲ ਕਹਿੰਦੇ ਨੇ, ਸਾਪ ਕੁੰਚ ਛਾੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਾਗ ਧਿਆਨ ਮੰਡੈ। ਬਗਲੇ ਨੇ ਛੱਪੜ ਦੇ ਕਿਨਾਰੇ ਬਹਿ ਕੇ ਅੱਖਾਂ ਬੰਦ ਕੀਤੀਆਂ। ਮੱਛੀ ਨੇ ਵੇਖਿਆ ਕਿਆ ਸਮਾਧੀ ਲਾਈ ਹੈ ਵੀ ਬਗਲੇ ਨੇ, ਕਿਆ ਮੱਛੀ ਪ੍ਰਭਾਵਿਤ ਹੋ ਗਈ ਜੋ ਸਮਾਧੀ ਦੇਖ ਕੇ। ਪਰ ਜਦੋਂ ਹੀ ਮੱਛੀ ਨੇੜੇ ਆਈ, ਉਹਨੇ ਜਿਹਦੇ ਚੁੰਝ ਵਿੱਚ ਪਾ ਲਈ। ਇਹ ਗੱਲ ਬਗਲੇ ਦੀ ਜੀਵਨ ਦੀ ਨਾਲ ਸਿੱਖਿਆ ਦੇ ਕੇ ਮਨੁੱਖ ਦੇ ਜੀਵਨ ਦੀ ਗੱਲ ਭਾਈ ਗੁਰਦਾਸ ਕਹਿੰਦੇ ਬੜੇ ਬਗਲੇ ਐਸੇ ਬਣ ਗਏ ਦੁਨੀਆ 'ਚ। ਅੱਜ ਤੇ ਪੰਜਾਬ 'ਚ 50,000 ਤੋਂ ਵੱਧ ਬਗਲੇ ਬਣ ਕੇ ਬਹਿ ਗਏ ਦੁਨੀਆ ਵਿੱਚ, ਪੰਜਾਬ ਵਿੱਚ ਬਣੇ ਹੋਏ ਨੇ, ਜਿਹੜੇ ਸਿਰਫ ਬਗਲੇ ਵਾਂਗ ਸਮਾਧੀ ਲਾ ਕੇ ਬੈਠੇ ਨੇ, ਪਰ ਉਹ ਸ਼ਿਕਾਰ ਕਰ ਰਹੇ ਨੇ ਮੱਛੀਆਂ ਦਾ। ਤੇ ਸਾਡੇ ਸਮਾਜ ਦੇ ਲੋਕ ਅਨਪੜਤਾ ਦੇ ਕਾਰਨ, ਨਾ ਸਮਝਣ ਕਰਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਟੁੱਟ ਕੇ ਉਹਨਾਂ ਦੇ ਆਪ ਜਾ ਕੇ ਗੁਲਾਮ ਹੁੰਦੇ ਜਾ ਰਹੇ ਨੇ। ਆਪ ਕਦੇ ਤੁਸੀਂ ਦੇਖਣਾ, ਇੱਥੇ ਤਾਂ ਆਮ ਦੁਨੀਆ ਦੀ ਗੱਲ ਛੱਡੋ, ਇਹ ਤਾਂ ਵੱਡੇ ਵੱਡੇ ਗੁਲਾਮ ਹੋ ਗਏ। ਮੈਂ ਇੱਕ ਉਦਾਹਰਨ ਦੇ ਦੇਵਾਂ ਆਪਦੇ ਨਾਲ ਸਾਹਮਣੇ, ਇਤਿਹਾਸਕ ਹਵਾਲਾ ਹੈ। ਜਿਹੜੀ ਕਦੇ ਦਮਦਮੀ ਟਕਸਾਲ ਬਹੁਤ ਮਰਿਆਦਾ ਔਰ ਮਾਣ ਸਤਿਕਾਰ 'ਚ ਸਤਿਕਾਰੀ ਜਾਇਆ ਕਰਦੀ ਸੀ। ਮੈਂ ਇੱਕ ਉਦਾਹਰਨ ਦੇ ਦਿੰਦਾ ਨਾਲ। ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦਸਤਾਰਬੰਦੀ ਹੋਈ ਸੀ ਨਾ ਮਹਿਤੇ, ਉਸ ਵੇਲੇ ਸਾਡੇ ਮੌਜੂਦਾ ਜਿਹੜਾ ਇਸ ਵੇਲੇ ਮੰਤਰੀ ਹੈ ਪੰਜਾਬ ਦਾ, ਉਹਨੇ ਭਾਸ਼ਣ ਦਿੱਤਾ ਵੀ ਕਹਿ ਲਗਾ ਵੀ ਮੈਂ ਮਹਿਤੇ 'ਚ ਖਲੋ ਕੇ ਦਮਦਮੀ ਟਕਸਾਲ ਦੇ ਮੁਖੀ ਨੂੰ ਇੱਕ ਬੇਨਤੀ, ਜਾਂ ਮੈਂ ਇਹ ਕਹਿਣਾ ਵਾਂ ਵੀ ਜਰਨੈਲ ਸਿੰਘ ਨੂੰ ਜੋ ਵੀ ਚਾਹੀਦਾ ਹੈ ਮੇਰੇ ਕੋਲ ਇੱਕ ਵਾਰ ਮੰਗ ਲਏ, ਜੋ ਵੀ ਚਾਹੀਦਾ ਉਸੇ ਵੇਲੇ ਹਾਜ਼ਰ ਕਰ ਦਾਂਗਾ, ਜੋ ਮੰਗੇਗਾ ਮੈਂ ਦੇ ਦਾਂਗਾ। ਜਰਨੈਲ ਬਾਦਲ ਦੇ ਬੋਲ ਸੀ ਸਟੇਜ ਤੇ। ਜਦੋਂ ਦਸਤਾਰਬੰਦੀ ਹੋ ਗਈ, ਸੰਤ ਜੀ ਉੱਠੇ ਤੇ ਉਸ ਵੇਲੇ ਮੈਗ ਫੜ ਕੇ ਵਜ਼ਨ ਬੜੇ ਕਮਾਲ ਦੇ ਜੁਰਤ ਨਾ ਕਹਿ ਲੱਗੇ, ਮੈਂ ਪਹਿਲੀ ਗੱਲ ਤੇ ਇਹ ਦਮਦਮੀ ਟਕਸਾਲ ਕਿਸੇ ਦੀ ਵਕਾਊ ਨਹੀਂ ਹੈਗੀ, ਇਹ ਕਿਸੇ ਦੀ ਵਕਾਊ ਨਹੀਂ ਹੈਗੀ। ਜੇ ਮੰਤਰੀ ਸਾਹਿਬ ਗੱਲ ਕਹਿੰਦੇ ਨੇ ਕਿ
ਜਰਨੈਲ ਸਿੰਘ ਨੂੰ ਜੋ ਚਾਹੀਦਾ ਮੇਰੇ ਕੋਲ ਲੈ ਲਏ, ਪਰ ਮੈਂ ਇੱਥੇ ਖਲੋ ਕੇ ਗੱਲ ਕਹਿਣਾ ਵੀ ਇਸ ਮੰਤਰੀ ਨੂੰ ਜੋ ਚਾਹੀਦਾ ਟਕਸਾਲ ਦੇਵੇਗੀ। ਦੱਸ ਤੂੰ ਲੈਣਾ ਕੀ ਹੈ? ਚਾਹੀਦਾ ਤੈਨੂੰ ਕੀ ਹੈ? ਇਹ ਤੈਨੂੰ ਟਕਸਾਲ ਦੇਵੇਗੀ। ਇੱਥੇ ਗੁਰੂ ਘਰ 'ਚ ਆ ਕੇ ਤੂੰ ਬਾਦਸ਼ਾਹ ਬਣਿਆ ਫਿਰਦਾ ਹੈ। ਤੂੰ ਇੱਥੇ ਆ ਕੇ ਗੁਰੂ ਨਾਨਕ ਦੇ ਘਰ 'ਚ ਸਾਹਮਣੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਤੂੰ ਇੱਥੇ ਆ ਕੇ ਆਪ ਨੂੰ ਬਾਦਸ਼ਾਹ ਕਹਾਉਣਾ ਹੈ। ਇੱਥੇ ਤਾਂ ਵੱਡੇ ਵੱਡੇ ਬਾਦਸ਼ਾਹ ਝੁਕਦੇ ਨੇ ਆ ਕੇ, ਵੱਡੇ ਵੱਡੇ ਰਾਜੇ ਝੁਕਦੇ ਨੇ ਆ ਕੇ, ਤੇ ਤੂੰ ਕਿਹੋ ਜਿਹਾ ਬਾਦਸ਼ਾਹ? ਸੱਚ ਸਾਹਮਣੇ ਜਵਾਬ ਨਹੀਂ ਮੁੜ ਕੇ ਆਇਆ ਉਹ ਜਿਹਾ। ਜਰਨੈਲ ਸਿੰਘ ਸਾਹਮਣੇ ਮੁੜ ਕੇ ਜਵਾਬ ਨਹੀਂ ਆਇਆ। ਪਰ ਮੈਂ ਇੱਕ ਗੱਲ ਸੋਚਦਾ ਹੁੰਨਾ ਵੀ ਉਸ ਗੱਲ ਦਾ ਉਹਨੇ ਆਪਣੇ ਮਨ ਵਿੱਚ ਬਹੁਤ ਵੱਡਾ ਤੌਖਲਾ ਬਣਾ ਕੇ ਜਾਂ ਰੰਜਿਸ਼ ਬਣਾ ਕੇ ਰੱਖੀ ਹੋਏਗੀ ਵੀ ਇੱਕ ਦਿਨ ਆਏਗਾ, ਇੱਕ ਦਿਨ ਐਸਾ ਸਮਾਂ ਆਏਗਾ ਵੀ ਜਰਨੈਲ ਸਿਆਂ ਕੋਈ ਗੱਲ ਨਹੀਂ, ਕਦੇ ਨਾ ਕਦੇ ਤੂੰ ਇਸ ਸੰਸਾਰ ਤੋਂ ਜਾਏਗਾ ਹੀ, ਪਰ ਤੇਰੇ ਇਸ ਗੱਦੀ ਤੇ ਬਹਿਣ ਵਾਲੇ ਮੈਂ ਆਪਣੇ ਪੈਰਾਂ 'ਚ ਨਾ ਬਿਠਾ ਦੇ ਤਾਂ ਦਸੀ। ਸ਼ਾਇਦ ਉਹਨੇ ਉਹ ਇਹ ਗੱਲ 'ਚ ਦਿਲ 'ਚ ਰੱਖੀ ਹੋਏਗੀ, ਉਹ ਗੱਲ ਸੱਚ ਹੋਈ। ਇਹ ਐਵੇਂ ਥੋੜਾ ਵਿਦਵਾਨਾਂ ਨੇ ਗੱਲ ਲਿਖੀ ਹੈ, ਉਹ ਤੂੰ ਪੈਰਾਂ ਵਿੱਚ ਬਿਠਾਉਂਦਾ ਸਾਂ, ਇਹ ਪੈਰਾਂ ਦੇ ਵਿੱਚ ਬਹਿੰਦੇ ਨੇ। ਉਹ ਤੂੰ ਪੈਰਾਂ ਵਿੱਚ ਬਿਠਾਉਂਦਾ ਸੀ, ਇਹ ਪੈਰਾਂ ਦੇ ਵਿੱਚ ਬਹਿੰਦੇ ਨੇ। ਤੂੰ ਲੋਹਾ ਸੋਨਾ ਕਰਦਾ ਸੀ ਕਿ ਤੂੰ ਵੀ ਇੱਕ ਪਾਰਸ ਸੀ, ਕਿ ਤੂੰ ਵੀ ਸੀ ਇੱਕ ਪਾਰਸ। ਜਰਨੈਲ ਸਿਆਂ ਸੱਚ ਦੱਸੀ ਕਿ ਇਹ ਵੀ ਹੈ ਤੇਰੇ ਵਾਰਸ? ਆ ਜਿਹੜੇ ਜਾ ਕੇ ਉਹਨਾਂ ਦੇ ਪੈਰਾਂ 'ਚ ਬਹਿ ਗਏ, ਉਹਨਾਂ ਦੇ ਜੋੜੇ ਝਾੜਨ ਲੱਗ ਪਏ ਕਿ ਤੇਰੇ ਵਾਰਸ ਨੇ। ਪਰ ਨਹੀਂ, ਇਹ ਉਹ ਮੈਂ ਸੋਚਦਾ ਕਦੇ ਨਾ ਕਦੇ ਬੰਦੇ ਨੇ ਬਾਗ ਧਿਆਨ ਧਰਿਆ, ਦਾ ਲੱਗਾਗਾ ਮੱਛੀ ਮੂੰਹ 'ਚ ਜ਼ਰੂਰ ਪਾਵਾਂਗਾ। ਬਾਗ ਜੈਸੇ ਬਾਗ ਧਰ ਧਿਆਨ ਕਰਤ ਆਹਾਰ ਮੀਨ, ਗਨਕਾ ਸ਼ਿੰਗਾਰ ਸਾਜ ਬੇਬਚਾਰ ਜੋ ਹੋਈ। ਕਹਿੰਦੇ ਇਦਾਂ ਹੀ ਗਨਕਾ ਵੇਸਵਾ ਬਾਹਰ ਦਾ ਸ਼ਿੰਗਾਰ ਕਰਕੇ ਸੁਹਾਗਣ ਨਹੀਂ ਬਣ ਜਾਂਦੀ। ਜਿਹੋ ਜੇ ਕੰਮ ਹੈ ਉਹਨੇ ਉਹੋ ਜਿਹਾ ਹੀ ਰਹਿਣਾ ਹੈ। ਇਦਾਂ ਭਾਈ ਗੁਰਦਾਸ ਕਹਿੰਦੇ ਨੇ ਪੰਚ ਬਟਵਾਰੋ ਭੇਖ ਧਾਰੀ ਜੋ ਸੰਗਾਤੀ ਹੋਏ, ਅੰਤ ਫਾਸੀ ਡਾਰ ਮਾਰੇ ਦਰੋਹ ਕਰ ਦਰੋਹੀ। ਕਿੱਡੇ ਪਿਆਰੇ ਸ਼ਬਦ ਵਰਤੇ। ਬਟਵਾਰੋ ਕਹਿੰਦੇ ਨੇ ਰਸਤੇ ਵਿੱਚ ਠੱਗਲ ਜਾਂ ਲੁੱਟਾਂ ਖੋਹਾਂ ਕਰਨ ਵਾਲੇ ਧਾੜਵੀ ਬੰਦੇ। ਪੰਚ ਬਟਵਾਰੋ ਭੇਖ ਧਾਰੀ ਜੋ ਸੰਗਾਤੀ ਹੋਏ। ਕਈ ਵਾਰ ਠੱਗ ਇਦਾਂ ਦੇ ਹੁੰਦੇ ਨੇ, ਬੰਦੇ ਦੇ ਨਾਲ ਹੀ ਤੁਰੇ ਜਾ ਰਹੇ ਨੇ ਰਸਤੇ 'ਚ, ਪਰ ਮੌਕਾ ਦੇਖ ਕੇ ਸਮਾਂ ਪਾ ਕੇ ਅੰਤ ਫਾਸੀ ਡਾਰ ਮਾਰੇ, ਫਾਹ ਦੇ ਕੇ ਮਾਰ ਦਿੰਦੇ ਨੇ। ਧਰੋਹ ਕਰ ਧਰੋਹੀ, ਧਰੋਹ ਕਮਾ ਜਾਂਦੇ ਨੇ। ਉਹਨੂੰ ਆਪਣਾ ਮਿੱਤਰ ਆਪਣਾ ਭਰਾ ਹੀ ਕਹੀ ਜਾਂਦੇ ਨੇ, ਪਰ ਮਾਰ ਦਿੰਦੇ ਨੇ। ਬੜੇ ਮਾਰੇ ਐਸੇ 84 ਵੇਲੇ ਤੋਂ ਲੈ ਕੇ 96 ਤੱਕ ਆਪਣੇ ਭਰਾ ਕਹਿ ਕੇ ਬੜੇ ਮਰਵਾਏ ਤੇ ਬੜੇ ਮਾਰੇ ਨੇ। ਸੱਚ ਸੀ। ਉਹ ਪਹਿਲਾਂ ਕਹਿੰਦੇ ਨੇ ਤੂੰ ਕੋਈ ਗੱਲ ਨਹੀਂ ਅੱਗੇ ਚੱਲ, ਤੇਰੇ ਮਗਰ ਖੜੇ ਆ, ਤੂੰ ਅੱਗੇ ਹੋ ਕੇ ਲੜ। ਤਾਂ ਸੀ ਅੱਗੇ ਤਾਂ ਇਹ ਤੇਰੇ ਮਗਰ ਖੜੇ ਆ। ਸੀ ਅੱਗੇ ਨਹੀਂ ਸੀ ਉਹ ਕਦੇ ਖੜਦੇ, ਮਗਰ ਹੀ ਖੜਦੇ ਸਨ। ਜਿਹੜੇ ਮਗਰ ਖੜੇ ਉਹ ਮਗਰ ਦੇ ਮਗਰ ਹੀ ਮੋੜ ਆਏ, ਪਛਾਂ ਦੇ ਪਛਾਂ ਮੋੜ ਆਏ। ਜਿਹੜੇ ਪ੍ਰੇਰੇ ਜਿਹੜੇ ਸਿੱਖੇ ਸਿਖਾਏ ਸੀ ਗਾਂ ਤੋਰ ਕੇ ਅਗਲੇ ਮਾਰ ਕੇ ਚੜਾਈ ਕਰ ਦਿੱਤੇ, ਗੋਲੀਆਂ ਨਾਲ ਫੁੰਡ ਦਿੱਤੇ। ਇਹ ਉਹ ਲੋਕ ਸਨ ਜਿਹੜੇ ਸਿਰਫ ਉਹ ਧਰੋ ਕਰਨ ਵਾਲੇ, ਠੱਗੀਆਂ ਬੇਈਮਾਨੀਆਂ ਕਰਨ ਵਾਲੇ ਪੰਚ ਬਟਵਾਰੋ ਭੇਖ ਧਾਰੀ ਜੋ ਸੰਗਾਤੀ ਹੋਏ, ਅੰਤ ਫਾਸੀ ਡਾਰ ਮਾਰੇ ਦਰੋਹ ਕਰ ਦਰੋਹੀ। ਭਾਈ ਗੁਰਦਾਸ ਕਹਿੰਦੇ ਕਦੇ ਧਿਆਨ ਨਾ ਦੇਖ, ਜਿੱਦਣ ਇਹ ਤੇਰੇ ਅੰਦਰ ਕਮੀਆਂ ਆਈਆਂ ਤੇ ਇਸ ਗੱਲ ਦਾ ਅਹਿਸਾਸ ਕਰ ਲਈ ਤੂੰ ਕਪਟ ਸਨੇਹੀ ਹੋ ਗਿਆ, ਤੂੰ ਕਪਟ ਸਨੇਹੀ ਹੋਇਆ ਹੈ। ਤੇ ਜਿੱਦਣ ਬੰਦਾ ਕਪਟ ਸਨੇਹੀ ਹੋ ਜਾਂਦਾ ਹੈ, ਭਾਈ ਗੁਰਦਾਸ ਕਹਿੰਦੇ ਉਹਦੀ ਬਿਰਤੀ ਉਸ ਬਾਂਸ ਵਰਗੀ ਹੈ ਜਿਹੜਾ ਬਾਂਸ ਭਾਵੇਂ ਸਾਰੀ ਜ਼ਿੰਦਗੀ ਚੰਦਨ ਦੇ ਲਾਗੇ ਲੱਗਾ ਰਹੇ, ਉਹ ਕਦੇ ਸੁਗੰਧੀ ਨਹੀਂ ਮਾਣਦਾ। ਤੇ ਜਿਹੜੇ ਬੰਦੇ ਦੇ ਅੰਦਰ ਕਪਟ ਵਿਕਾਰ ਬੈਠਾ ਹੈ, ਅੰਦਰ ਸਨੇਹ ਕਪਟ ਵਾਲਾ ਹੈ, ਉਹ ਭਾਵੇਂ ਸਾਰੀ ਜ਼ਿੰਦਗੀ ਗੁਰੂ ਲਾਗੇ ਬੈਠਾ ਰਹੇ, ਉਹਦੇ ਅੰਦਰ ਰਤਾ ਜਿੰਨੀ ਵੀ ਗੱਲ ਗੁਰੂ ਦੀ ਉਹਦੇ ਅੰਦਰ ਨਹੀਂ ਜਾਂਦੀ, ਕਿਉਂਕਿ ਉਹ ਹੈ ਹੀ ਬਾਂਸ ਵਰਗਾ ਹੈ। ਉਹ ਤੇ ਹੈ ਹੀ ਬਾਂਸ ਵਰਗਾ ਹੈ। ਜ਼ਰਾ ਜਿੰਨੀ ਗੱਲ ਗੁਰੂ ਦੀ ਵਿਚਾਰ, ਗੁਰੂ ਦੀ ਸਮਝ ਵਿਚਾਰ ਜ਼ਰਾ ਜਿੰਨੀ ਅੰਦਰ ਨਹੀਂ ਜਾਣੀ ਤੇ ਸੱਚ ਜਿਹਦੇ ਅੰਦਰ ਚਲੀ ਜਾਂਦੀ ਹੈ ਨਾ, ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਮੇਰਾ ਗੁਰੂ ਕਹਿੰਦਾ ਕਪਟ ਨਾ ਕਰ। ਗੁਰੂ ਮੇਰਾ ਕਹਿੰਦਾ ਹੈ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਗੁਰੂ ਸਿੱਖਿਆ ਦੇ ਰਿਹਾ, ਗੁਰੂ ਪ੍ਰੇਰਿਤ ਕਰ ਰਿਹਾ ਹੈ। ਹਰ ਹਰ ਕਰੈ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਅਨਕ ਯਤਨ ਕਰੇ ਬੋ ਤੇਰੇ, ਸੁਪਨੇ ਸੁਖ ਨਾ ਹੋਈ। ਗੁਰੂ ਨੇ ਆਖਿਆ ਕਦੇ ਧਿਆਨ ਦੇ, ਤੂੰ ਇਹੋ ਜਾਣਾ ਹੋ ਵੀ ਰੱਬ ਰੱਬ ਵੀ ਕਰੇ, ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਕਰੇ। ਜਪਜੀ ਸਾਹਿਬ ਵੀ ਤੈਨੂੰ ਕੰਠ ਹੋਏ, ਸੁਖਮਨੀ ਸਾਹਿਬ ਵੀ ਕੰਠ ਹੋਵੇ, ਕਈ ਬਾਣੀਆਂ ਤੈਨੂੰ ਕੰਠ ਹੋਵਣ, ਪਰ ਕਰੇ ਬੇਈਮਾਨੀਆਂ, ਬੋਲੇ ਝੂਠ ਤੇ ਬੋਲੇ ਭੈੜਾ। ਇਹ ਸ਼ੋਭਾ ਨਹੀਂ ਦੇਂਦੀ ਗੱਲ। ਇਹਦਾ ਮਤਲਬ ਹਰ ਹਰ ਕਰੈ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਜ਼ੁਬਾਨ ਤੇ ਬਾਣੀ ਕੰਠ ਹੋ ਗਈ ਪਰ ਹਿਰਦੇ 'ਚ ਨਹੀਂ ਜਾ ਸਕੀ। ਉਹ ਅੰਦਰ ਨਹੀਂ, ਜਿੱਦਨ ਅੰਦਰ ਚਲੀ ਗਈ
उस दिन सांझ गुरु दे चंदन वर्गी बन जानी है। ते जिस दिन अंदर नहीं गई, सिर्फ बाहर खड़ी है, फिर सिर्फ सांझ उस बांस वर्गी है जिहड़ा चंदन दे कोल पर सुगंधी नहीं मान रहा। विचार करदे भुल्लां दी खिमा। बुलाओ फतेह। वाहिगुरू जी का खालसा, वाहिगुरू जी की फतेह।